बिस्मिल्लाहिर्रहमानिर्रहीम अस्सलाम वालेकुम व्यूअर्स, मैं हूं बिलाल नज़ीर। आप देख रहे हैं बिज़नेस इन्फो में आज एक मरतबा फिर एक इंतहाई कीमती वीडियो लेकर आप सबकी खिदमत में हाजिर हूं। नाज़रीन, आज की वीडियो की खास बात यह है कि आज की वीडियो में एक मरतबा फिर एक नौजवान स्टूडेंट जिसकी उम्र बहुत थोड़ी है, वो FSC का तालिब इल्म है, वो एक बहुत अच्छे अंदाज से एक बहुत बड़े फार्म को मैनेज कर रहा है। इस फार्म में कमोबेश 50 से 55 जानवर हैं। नाज़रीन, इन 50 से 55 जानवर की तमाम तर तफसीलात आप एक स्टूडेंट की ज़ुबानी सुनेंगे और हैरान रह जाएंगे। ऐसी इंफॉर्मेशन, ऐसी मालूमात बहुत ही कम दिखने को मिलती हैं। आप सबके लिए ये इंतहाई अहम, मुफीद और कीमती वीडियो है। मैं ये दावे से कह सकता हूं कि आज की वीडियो से आपको बहुत ज़्यादा फ़ायदा मिलने वाला है और इस नौजवान की बातों से आप ज़रूर जो है वो मुस्तफ़ीद होंगे और अमेजमेंट भी आपको मिलेगी, यानी हैरान भी होंगे। और इस तमाम तफसीलात को जानने से पहले आप सबसे रिक्वेस्ट की जाती है कि जल्दी से हमारे चैनल के सब्सक्राइब बटन को दबा दीजिए, साथ में बेल आइकन का बटन भी दबाने से मत हिचकिचाइए, क्योंकि तमाम तर वीडियोस के नोटिफिकेशन आपको सबसे पहले मिलेंगे और तमाम तर तफसीलात और मालूमात आप तक सबसे पहले पहुंचेंगी। तो नाजरीन, इस वीडियो को शेयर ज़रूर कीजिएगा। हो सकता है कि आप इस वीडियो को देखें और आपको इससे फ़ायदा मिले, लेकिन बहुत सारे लोग वो भी होंगे जिनको इनसे फ़ायदा चाहिए होगा। तो नाजरीन, नेकी की खातिर, दूसरों को फ़ायदा देने के लिए और अच्छाई के लिए आप इस वीडियो को शेयर ज़रूर कीजिएगा उन तमाम तर लोगों तक जो इससे फ़ायदा लेना चाहते हैं और जिनको फ़ायदे की ज़रूरत है। तो आइए बिला ताहीर आज की एक इंतहाई अहम वीडियो शुरू करते हैं। अस्सलाम वालेकुम। वालेकुम अस्सलाम। नौजवान की ना है तेरा? मेरा नाम हमजा है। हमजा की करना होना है? पढ़ना होना है या नाल काम भी करना है? मैं पढ़ना सारी ठीक है, बोली जाओ। मैं पढ़ना फर्स्ट ईयर च, सारी नाल काम डंगर शंगर रखे ने। अच्छा, नाल सारी निगरानी करी दी है इन्हां दी। अच्छा, ते ए जेह्ड़े डंगर ने ए ਤੁਹਾਡੇ ਆਪਣੇ ਨੇ ਜਾਂ ਚਾਚੂ ਦੇ ਨੇ ਜਾਂ ਮਿਕਸ ਨੇ? ਕਿਹਦੇ ਡੰਗਰ ਨੇ? ਸਾਜੀ ਹਲੇ ਤੱਕ ਤੇ ਮਿਕਸੀ ਨੇ, ਚਾਚੂ ਵੜੀ ਵੀ ਨਾਲ ਹੀ ਹੁੰਦੇ ਨੇ, ਯਾਨੀ ਕੰਬਾਈਨ ਫੈਮਿਲੀ ਸਿਸਟਮ ਹੈ। ਠੀਕ ਹੋ ਗਿਆ। ਕਿੰਨੇ ਡੰਗਰ ਨੇ ਟੋਟਲ ਤੁਹਾਡੇ ਕੋਲ? ਟੋਟਲ ਡੰਗਰ ਹੈ ਸਾਜੀ 50 ਤੋਂ 55 ਤੱਕ। 50 55 ਯਾਨੀ ਕਟੀਆਂ ਕੱਟੇ ਸਾਰੇ ਪਾ ਕੇ? ਯੈਸ। ਗਿਣ ਕੇ ਜਰਾ ਦੱਸੋ ਸੋਚ ਕੇ ਕਿ ਮੱਝਾਂ ਕਿੰਨੀਆਂ ਨੇ? ਮੱਝਾਂ ਹੋਣੀਆਂ 32 33 ਮੱਝਾਂ ਨੇ। ਅੱਛਾ, ਬਕਾਇਆ ਕੱਟੀਆਂ ਕੱਟੇ ਨੇ। ਠੀਕ ਹੈ, ਫਿਰ ਉਹ 50 55 ਬਣਦੇ ਨੇ। ਹਾਂਜੀ ਸਰ। ਜਿਹੜੇ ਕਟੀਆਂ ਕੱਟੇ ਕੱਢ ਕੇ ਜਿਹੜੇ ਮੱਝਾਂ ਤੋਂ ਦੱਸੀਆਂ ਨੇ 30 ਮੱਝਾਂ ਦਾ ਜਾਂ 32 ਮੱਝਾਂ ਦਾ ਵਿੱਚੋਂ ਦੁੱਧ ਦੇਣ ਵਾਲੀਆਂ ਕਿੰਨੀਆਂ ਮੱਝਾਂ ਨੇ? ਸੂਣ ਵਾਲੀਆਂ ਕਿੰਨੀਆਂ ਨੇ? ਦੁੱਧ ਦੇਣ ਵਾਲੀਆਂ ਨੇ 12 13 ਤੇ ਸੂਣ ਵਾਲੀਆਂ ਕਾਇਆ ਤਕਰੀਬਨ ਸੂਣ ਵਾਲੀਆਂ ਉਤਲੀਆਂ ਜਿਹੜੀਆਂ 5-7 ਹੈ ਨੇ ਉਹ ਫੰਡਰ ਹੀ ਨੇ ਹਲੇ। ਠੀਕ ਹੈ, ਉਹ ਫੰਡਰ ਨੇ ਸੁੱਕ ਗਈਆਂ ਨੇ, ਉਹਨਾਂ ਸੂੰਦੀਆਂ ਨੇ, ਦੁੱਧ ਦਿੰਦੀਆਂ ਨੇ। ਹਾਂਜੀ, ਉਹ ਸਾਰੀ ਵੇਚਣ ਵਾਸਤੇ ਰੱਖੀਆਂ, ਸਹੀ ਤਗੜੀਆਂ ਹੋਈਆਂ ਫਿਰ ਵੇਚ ਲਾਂਗੇ ਗੋਸ਼ਤ ਵਾਲੀਆਂ। ਅੱਛਾ, ਗੋਸ਼ਤ ਵਾਸਤੇ ਵੇਚੋਗੇ, ਠੀਕ ਹੋ ਗਿਆ। ਅੱਛਾ, ਹੁਣ ਜ਼ਰਾ ਪਹਿਲੇ ਅਸੀਂ ਦੁੱਧ ਦੀ ਗੱਲ ਕਰ ਲੈਂਦੇ ਹਾਂ। ਤੁਹਾਨੂੰ ਦੱਸਿਆ ਕਿ 15 ਮੱਝਾਂ ਜਿਹੜੀਆਂ ਦੇ ਵਿੱਚੋਂ ਦੁੱਧ ਦਿੰਦੀਆਂ ਨੇ, 15 ਹੀ ਦੱਸੀਆਂ ਜੇ? ਯੈਸ। ਅੱਛਾ, 15 ਮੱਝਾਂ ਜਿਹੜੀਆਂ ਦੁੱਧ ਦਿੰਦੀਆਂ ਨੇ, ਉਹ ਤੁਹਾਡਾ 2 ਟਾਈਮਾਂ ਦਾ ਕਿੰਨਾ ਕੁ ਦੁੱਧ ਹੋ ਜਾਂਦਾ? 2 ਟਾਈਮਾਂ ਦਾ ਹੋ ਜਾਂਦਾ 120 ਕਿਲੋ। 120 ਐਵਰੇਜ ਕੱਢ ਰਹੇ ਹੋ ਤੁਸੀਂ? ਕਦੀ ਵੱਧ ਤੇ ਕਦੀ ਘੱਟ? ਜਦੋਂ ਹਰਾ ਪਾਈਏ ਉਦੋਂ ਜ਼ਿਆਦਾ ਹੋ ਜਾਂਦਾ, ਜਦੋਂ ਸਾਡੀ ਪਰਾਲੀ ਸ਼ਰਾਲੀ ਪਾਣੀ ਹੈ ਜਨਾ ਉਦੋਂ ਘੱਟ ਜਾਂਦਾ 120 ਹੋ ਜਾਂਦਾ, ਤੇ ਮੈਂ ਜੀ ਰਹਿੰਦਾ 120 30 ਐਨੇ ਦਰਮਿਆਨ ਹੀ ਰਹਿੰਦਾ। ਯਾਨੀ ਐਵਰੇਜ ਤੁਸੀਂ ਦੱਸ ਰਹੇ ਹੋ? ਯੈਸ। ਸਹੀ ਹੋ ਗਿਆ। ਹੁਣ ਦੁੱਧ ਇੱਥੇ ਕੀ ਰੇਟ ਹੈ ਦੁੱਧ ਦਾ? ਇੱਥੇ ਤੇ 100 ਰੁਪਏ ਚੱਲਦਾ ਪਿਆ। ਅੱਛਾ। ਦੁੱਧ ਦੀ ਸਾਡੀ 95 ਰੁਪਏ ਦਿਹਾੜੀ ਦਾ, ਕਿਉਂਕਿ ਸਾਰਾ ਇਕੱਠਾ ਚੁੱਕਣਾ ਹੁੰਦਾ ਇਹਨੇ। ਠੀਕ ਹੈ। 95 ਉਸ ਥੱਲੇ ਤੇ ਨਹੀਂ ਆਉਂਦਾ? ਉਸ ਥੱਲੇ ਨਹੀਂ ਦੇਈਦਾ, ਵਾੜਾ ਨਹੀਂ ਖਾਂਦਾ। ਜ਼ਿੰਦਾਬਾਦ। ਠੀਕ ਹੋ ਗਿਆ। ਅੱਛਾ ਨਾਜ਼ਰੀਨ, ਅਸੀਂ ਕਿੰਗਰਾ ਰੋਡ ਤੇ ਸਲਾਨਕੇ ਵਿੱਚ ਔਰ ਦੁੱਧ ਦਾ ਰੇਟ ਜਿਹੜਾ ਸਾਨੂੰ ਉਹਨਾਂ ਨੇ ਕਿੰਗਰਾ ਰੋਡ ਦਾ ਹੀ ਦੱਸਿਆ। ਇਹ ਟੋਟਲ ਪੈਸੇ ਕਿੰਨੇ ਬਣ ਜਾਂਦੇ ਨੇ? ਟੋਟਲ ਸਾਡੀ ਬਣ ਜਾਂਦੇ ਨੇ ਤਕਰੀਬਨ 12-13 ਹਜ਼ਾਰ ਰੁਪਇਆ। 12-13 ਹਜ਼ਾਰ ਬਣ ਜਾਂਦਾ ਹੈ। ਹੁਣ ਤੁਸੀਂ ਇਹ ਦੱਸਣਾ ਹੈ ਕਿ ਇਹ ਤੁਹਾਡੀਆਂ ਮੱਝਾਂ ਨੇ 50 ਤੋਂ ਦੱਸੀਆਂ ਨੇ ਕਮੋਬੇਸ਼। ਹਾਂਜੀ। ਕਿੰਨੇ ਬੰਦੇ ਇਹਨਾਂ ਨੂੰ ਸੰਭਾਲਦੇ ਨੇ? ਇਹਨਾਂ ਨੂੰ 3 ਬੰਦੇ ਸੰਭਾਲਦੇ ਨੇ, 2 ਮੁਲਾਜ਼ਮ ਰੱਖੇ ਨੇ ਤੇ ਇੱਕ ਨਾਲ ਚਾਚੂ ਵੜੀ ਹੁੰਦੇ ਨੇ। ਅੱਛਾ। ਤੇ ਨਾਲ ਸਾਡੀ ਆਪੀ ਵੀ ਥੋੜਾ ਬਹੁਤ ਕੰਮ ਕਰ ਲਈਦਾ। ਜਿਹੜੀ 3-4 ਬੰਦੇ ਨੇ? ਹਾਂਜੀ, 3-4 ਬੰਦੇ ਇਹਨਾਂ ਨੂੰ ਸੰਭਾਲ ਰਹੇ ਨੇ। 50-55 ਡੰਗਰ ਨੇ ਔਰ ਅੱਜ ਕੱਲ ਜਿਹੜਾ ਵੇ ਉਹ ਜਿਹੜੀ ਚਾਰੇ ਦਾ ਵੀ ਮਸਲਾ ਹੈ। ਹਾਂਜੀ। ਹੁਣ ਮੈਂ ਪੁੱਛਾਂਗਾ ਕਿ ਇਹਨਾਂ ਦਾ ਖਰਚਾ ਜਿਹੜਾ ਵੇ ਖਰਚਾ ਉਹ ਕਿੰਨਾ ਕੁ ਤੁਹਾਨੂੰ ਆਉਂਦਾ ਹੈ? ਬੰਦਿਆਂ ਦਾ ਵੀ ਖਰਚਾ ਪਾ ਕੇ ਜਿਹੜਾ ਤੁਸੀਂ ਇਹਨਾਂ ਨੂੰ ਕੋਈ ਮੈਡੀਸਨ ਵਗੈਰਾ, ਦਵਾਈ ਸ਼ਵਾਈ ਔਰ ਬਿਲ ਹਸੂਸ ਜਿਹੜਾ ਤੁਸੀਂ ਖਾਸ ਤੌਰ 'ਤੇ ਜਿਹੜਾ ਇਹਨਾਂ ਦਾ ਖਾਣੇ ਦਾ ਜਿਹੜਾ ਖਰਚਾ ਨੂੰ ਦਿੰਦੇ ਹੋ, ਚਾਰਾ ਚੂਰਾ, ਚੋਖਰ, ਖਲਵਣ ਜੋ ਵੀ ਪਾਉਂਦੇ ਹੋ, ਟੋਟਲ ਜਿਹੜਾ ਸੋਚ ਕੇ ਦੱਸਣਾ ਹੈ ਕਿੰਨਾ ਖਰਚਾ ਆਈ ਜਾਂਦਾ? ਟੋਟਲ ਰੋਜ਼ ਦਾ ਤੇ ਦਾ ਤਕਰੀਬਨ ਸਾਜੀ 8-9 ਹਜ਼ਾਰ ਦਾ ਖਰਚਾ ਹੋ ਹੀ ਜਾਂਦਾ। ਅੱਛਾ, ਵਿੱਚੇ ਸਾਰਾ ਕੁਝ ਪਾ ਪੂ ਕੇ। ਠੀਕ ਹੈ, ਯਾਨੀ ਤੁਹਾਡੀ ਫਿਰ ਬੱਚਤ ਹੋਈ ਤਕਰੀਬਨ ਕੋਈ 3000 ਰੁਪਇਆ? ਹਾਂਜੀ, 3 ਤੋਂ 4000। 3 ਤੋਂ 4 ਦਾ ਮੁਲਾਜ਼ਮਾਂ ਨੂੰ ਵਿੱਚ ਦੇਣਾ ਹੁੰਦਾ। ਅੱਛਾ, ਉਹ ਸਾਰੇ ਖਰਚੇ ਪਾ ਕੇ ਤੁਹਾਡੀ ਇਹ ਬੱਚਤ ਹੈ? ਹਾਂਜੀ। ਤੇ ਕੀ ਗੱਲ ਹੈ 50 ਡੰਗਰ ਰੱਖ ਕੇ ਵੀ ਡੇਲੀ ਦਾ ਅਗਰ 4000 ਬੱਚਤ ਹੈ ਤੇ ਉਹ ਥੋੜੀ ਨਹੀਂ? ਨਾਲ ਇਹ ਵੀ ਹੁੰਦਾ ਕੱਟੀਆਂ ਕੱਟੇ ਸਾਡੀ ਨਾਲ ਵੱਡੇ ਹੁੰਦੇ ਨੇ ਤੇ ਨਾਲ ਉਹ ਵੇਚ ਲਈਦੇ ਨੇ। ਅੱਛਾ, ਉਹ
ਕੰਮ ਚੱਲਦਾ ਰਹਿੰਦਾ, ਨਾਲੇ ਸਾਈਵਾਲ ਉਹ ਕਾਰਾਂ ਦੇ ਸਾਈਡ ਤੋਂ ਮਈਆਂ ਲੈ ਜਾਂਦੇ ਨੇ ਚਾਚੂ ਮੇਰੇ, ਤੇ ਉਹ ਵੇਚ ਲਈਦੀਆਂ ਇੱਧਰ ਆ ਕੇ 10-20 ਮੁਨਾਫੇ ਨਾਲ। ਉਹ ਕੰਮ ਸੈੱਟ ਹੈ ਸਾਡੀ। ਅੱਛਾ, ਯਾਨੀ ਤੁਸੀਂ ਕੰਮ ਸੈੱਟ ਹੈ, ਮੁਨਾਫੇ ਵਾਲੇ ਪਾਸੇ ਅਸੀਂ ਬਾਅਦ ਚ ਆਉਂਦੇ ਹਾਂ। ਪਹਿਲੇ ਤੁਹਾਨੂੰ ਇਹ ਦੱਸੋ ਕਿ ਇੱਕ ਜਿਹੜਾ ਤੁਸੀਂ ਖਰਚ ਦੱਸਿਆ, ਸਰਦੀਆਂ ਦੇ ਵਿੱਚ ਖਰਚ ਤੁਹਾਨੂੰ 4000 ਪੈ ਰਿਹਾ, ਗਰਮੀਆਂ 'ਚ ਕੋਈ ਫਰਕ ਵੀ ਪੈਂਦਾ? ਗਰਮੀਆਂ 'ਚ ਸਾਰੀ ਖਰਚ ਥੋੜਾ ਹੁੰਦਾ ਹੈ। ਗਰਮੀਆਂ ਵਿੱਚ ਡੰਗਰ ਬਾਹਰ ਖੋਲ ਲਈਦੇ ਨੇ, ਤੇ ਉਹ ਸਾਰੀ ਬਾਹਰ ਖੋਲਣ ਨਾਲ ਡੰਗਰ ਸਿਹਤਮੰਦ ਰਹਿੰਦੇ ਨੇ। ਅੱਛਾ, ਜ਼ਿਆਦਾ ਦੁੱਧ ਦਿੰਦੇ ਨੇ ਨਾਲੇ। ਇਹ ਤਾਂ ਗੱਲ ਹੈ, ਦੁੱਧ ਜ਼ਿਆਦਾ ਦਿੰਦੇ ਨੇ, ਠੀਕ ਹੈ। ਤੇ ਉਹਦੇ ਬਾਅਦ ਖਰਚ ਵੀ ਘੱਟ ਆਉਂਦਾ ਔਰ ਦੁੱਧ ਵੀ ਜ਼ਿਆਦਾ ਹੁੰਦਾ। ਯੈਸ, ਠੀਕ ਹੈ। ਇਹ ਜਿਹੜੇ ਤੁਹਾਡੇ ਨਗਰ ਤੁਹਾਨੂੰ ਦੱਸਿਆ ਕਿ 7-8 ਡੰਗਰ ਵਿੱਚ ਸੂਣ ਵਾਲੇ ਨੇ, ਕਿੰਨੀ ਦੇਰ ਤੱਕ ਸੂਣ ਗਿਆ? ਸਾਰੀ ਕੁਛ 2-3 ਮਹੀਨੇ ਤੱਕ, ਤੇ ਕੁਛ ਮਹੀਨੇ ਤੱਕ ਐਨਜੀ ਨੇ 2-3। ਠੀਕ ਹੈ, ਉਦੋਂ ਫਿਰ ਦੁੱਧ ਦੀ ਪੈਦਾਵਾਰ ਤੁਹਾਡੀ ਵੱਧ ਜਾਏਗੀ। ਹਾਂਜੀ, ਉਦੋਂ ਵੱਧ ਜਾਏਗੀ, ਯਾਨੀ ਕਿ ਫਿਰ ਖਰਚਾ ਤੁਹਾਡਾ ਘਟ ਜਾਏਗਾ ਔਰ ਇਨਕਮ ਤੁਹਾਡੀ ਵੱਧ ਜਾਏਗੀ। ਹੁਣ ਆਉਂਦੇ ਆ ਇਸ ਕਾਰੋਬਾਰ ਦੇ ਵਿੱਚ ਜਿਹੜੇ ਦੂਸਰੇ ਤੁਸੀਂ ਕੰਮ ਦੱਸੇ ਨੇ ਕਿ ਅਸੀਂ ਕੱਟੀਆਂ ਕੱਟੇ ਵੀ ਵੇਚਨੇ ਆ, ਅਸੀਂ ਬਾਹਰੋਂ ਡੰਗਰ ਲਿਆ ਕੇ ਵੇਚਨੇ ਆ ਔਰ ਦੁੱਧ, ਯਾਨੀ 3 ਤਰੀਕੇ ਨਾਲ ਤੁਸੀਂ ਪੈਸੇ ਕਮਾ ਰਹੇ ਹੋ। ਜਿਹੜਾ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਉਹ 3 ਤਰੀਕੇ ਨਾਲ ਪੈਸੇ ਕਮਾ ਸਕਦਾ। ਦੁੱਧ ਦਾ ਤੁਸੀਂ ਕਲੀਅਰ ਕਰ ਦਿੱਤਾ। ਹੁਣ ਪਹਿਲੇ ਅਸੀਂ ਕੱਟੀਆਂ ਕੱਟੀਆਂ ਦੀ ਗੱਲ ਕਰ ਲੈਂਦੇ ਆ। ਕੱਟੀਆਂ ਤੇ ਕੱਟੇ ਜਿਹੜੇ ਨੇ ਉਹ ਤੁਸੀਂ ਕੱਟੀਆਂ ਰੱਖਦੇ ਹੋ ਜਾਂ ਵੇਚਦੇ ਹੋ ਵੀ? ਕੱਟੀਆਂ ਸਾਡੀ ਕੁਛ ਰਾਹ ਲੀਦੀਆਂ ਜਿਹੜੀਆਂ ਅੱਛੀਆਂ ਹੁੰਦੀਆਂ। ਅੱਛਾ, ਸਾਈ ਵਾਲੇ ਸਾਈਡ ਜਿਹੜੀਆਂ ਆਉਂਦੀਆਂ ਉਹ ਰਾਹ ਲੀਦੀਆਂ ਕਿਉਂਕਿ ਉਹ ਅੱਛੀਆਂ ਹੁੰਦੀਆਂ। ਸਹੀ ਹੈ, ਦੁੱਧ ਦਿੰਦੀਆਂ। ਜਿਹੜੀਆਂ ਦੂਸਰੀਆਂ ਹੁੰਦੀਆਂ ਨੇ ਉਹ ਸਾਡੀ ਵੇਚ ਛੜੀ ਦੇ ਨਾਲ ਹੀ। ਠੀਕ ਹੈ, ਨਾਲ ਵਪਾਰ ਵੀ ਹੈ ਤੁਹਾਡਾ? ਨਾਲ ਵੇਚ ਛੜੀ ਦੇ। ਤੇ ਕੱਟੇ ਸਾਡੀ ਨਾਲ ਵੇਚ ਛੜੀ ਦੇ ਜ਼ਿਆਦਾ। ਤੇ ਜੇ ਕੋਈ ਇੱਕ ਦੋ ਰੱਖੀ ਦਾ ਸਾਡੀ ਡੰਗਰਾਂ ਵਾਸਤੇ, ਮੱਝਾਂ ਛੱਡਾ ਬਣਾਉਣ ਵਾਸਤੇ। ਅੱਛਾ, ਉਹ ਜ਼ਰੂਰੀ ਹੈ ਨਾਲ। ਠੀਕ ਹੋ ਗਿਆ। ਉਹ ਵੱਡਾ ਕੱਟਾ ਰੱਖੀ ਦਾ ਬਕਾਇਆ ਸਾਡੀ ਈਦ ਤੇ ਵੇਚ ਛੜੀ ਦੇ ਨੇ, ਉਹ ਜ਼ਿਆਦਾ ਠੀਕ ਰਹਿੰਦੇ ਨੇ। ਸਹੀ ਹੈ, ਯਾਨੀ ਈਦ ਤੱਕ ਤੁਸੀਂ ਰੱਖ ਕੇ ਵੇਚਦੇ ਹੋ। ਕਿੰਨੇ ਸਾਲ ਦਾ ਕੱਟਾ ਘੱਟ ਤੋਂ ਘੱਟ ਵੇਚ ਛੱਡਦੇ ਹੋ ਤੇ ਜ਼ਿਆਦਾ ਵੇਚਦੇ ਹੋ? ਘੱਟ ਤੋਂ ਘੱਟ ਸਾਡੀ 7 ਤੋਂ 8 ਮਹੀਨੇ ਦਾ ਵੇਚ ਛੜੀਦਾ। ਜ਼ਿਆਦਾ ਤੋਂ ਜ਼ਿਆਦਾ 2 ਜਾਂ 2.5 ਸਾਲ ਦਾ ਹੁੰਦਾ। ਯਾਨੀ 2-2.5 ਸਾਲ ਤੋਂ ਬਾਅਦ ਕੱਟਾ ਤੁਸੀਂ ਨਹੀਂ ਰੱਖਦੇ ਜਦੋਂ ਸਹੀ ਜਵਾਨ ਹੋ ਗਿਆ ਹੁੰਦਾ? ਨਹੀਂ ਰੱਖਦੇ। ਉਹਦੀ ਕੀ ਵਜ੍ਹਾ? ਸਾਡੀ ਇੱਕ ਕੱਟਾ ਬਸ ਰੱਖੀਦਾ ਕਿਉਂਕਿ ਡੰਗਰਾਂ ਵਾਸਤੇ ਰੱਖਣਾ ਹੁੰਦਾ। ਬਾਕੀ ਫਿਰ ਨੁਕਸਾਨ ਦਿੰਦਾ? ਬਾਕੀ ਨੁਕਸਾਨ ਦਿੰਦਾ, ਉਹ ਆਪਸ ਚ ਲੜਦੇ ਰਹਿੰਦੇ ਨੇ। ਤੇ ਬਹੁਤ ਛੋਟੇ ਕਿਉਂ ਨਹੀਂ ਵੇਚਦੇ? ਜਿਹਨੇ 2-3 ਮਹੀਨਿਆਂ ਦੇ ਵੀ ਕੁਝ ਲੋਕ ਵੇਚ ਛੱਡਦੇ ਨੇ। ਜੀ ਉਹ ਫਾਇਦਾ ਨਹੀਂ ਹੁੰਦਾ, ਜਦੋਂ ਜਲਦੀ ਵੱਡੇ ਹੁੰਦੇ, ਜੇ ਛੋਟਾ ਹੁੰਦਾ ਜਾਂ ਜਾਨਵਰ ਉਹ ਜਲਦੀ ਵੱਡਾ ਹੁੰਦਾ, ਉਹਦਾ ਫਾਇਦਾ ਜ਼ਿਆਦਾ ਹੁੰਦਾ। ਤੁਸੀਂ ਕਿਹੜੀ ਗੱਲ ਤੇ ਯਕੀਨ ਰੱਖਦੇ ਹੋ? ਮੱਝਾਂ ਦੇ ਨਾਲ ਕੱਟੀਆਂ ਕੱਟੇ ਰੱਖਣੇ ਚਾਹੀਦੇ ਨੇ, ਉਹਨਾਂ ਦੇ ਨਾਲ ਦੁੱਧ ਲੈਣਾ ਚਾਹੀਦਾ, ਜਾਂ ਫਿਰ ਟੀਕੇ ਲਾ ਕੇ ਲੈਂਦੇ ਹੋ? ਜੀ ਮੱਝਾਂ ਦੇ ਨਾਲ ਠੀਕ ਹੈ। ਅੱਛਾ, ਟੀਕੇ ਸਾਰੀ ਬਿਮਾਰੀਆਂ ਬੜੀਆਂ, ਹੋਰ ਮੱਝਾਂ ਵੀ ਸਾਰੀ ਲਿੱਸੀਆਂ ਹੋਈਆਂ ਹੁੰਦੀਆਂ, ਤੇ ਕੱਟੀਆਂ ਕੱਟੇ ਨਾਲ ਠੀਕ ਰਹਿੰਦੇ। ਨਾਲ ਕੱਟੀਆਂ ਕੱਟੇ ਜਵਾਨ ਹੋਈਆਂ ਹੁੰਦੇ ਨੇ ਤੇ ਅੱਗੋਂ ਵੇਚ ਵੀ ਲਈਦੇ ਨੇ। ਜਿਹੜੇ ਲੋਕ ਟੀਕੇ ਲਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਲਾਣ ਜਾਂ ਨਾ ਲਾਣ? ਟੀਕੇ ਨਾ ਲਾਣ, ਟੀਕੇ ਨਾਲ ਮੱਝਾਂ ਬਿਮਾਰ ਹੋ ਜਾਂਦੀਆਂ ਤੇ ਨਾਲੇ ਦੁੱਧ ਘੱਟ ਸੁਕਾਈ ਜਾਂਦੀਆਂ। ਸਹੀ ਹੈ। ਲੋ ਜੀ, ਇਹ ਸਾਡੀ ਗੱਲ ਹੋ ਗਈ ਦੁੱਧ ਦੀ ਵੀ, ਨਾਲੇ ਸਾਡੇ ਕੱਟੀਆਂ ਕੱਟਿਆਂ ਦੀ ਵੀ ਗੱਲ ਮੁਕੰਮਲ ਹੋ ਗਈ। ਹੁਣ ਤੁਸੀਂ ਵਪਾਰ ਦਾ ਨਾਂ ਲਿਆ ਸੀ ਔਰ ਉਹ ਤੁਸੀਂ ਦੱਸਣਾ ਚਾਹ ਰਹੇ ਹੋ ਤਫਸੀਲ। ਫਿਰ ਦੁਬਾਰਾ ਮੈਂ ਪੁੱਛਣਾ ਚਾਹਾਂਗਾ, ਵਪਾਰ ਕਿਸ ਤਰ੍ਹਾਂ ਕਰਦੇ ਹੋ? ਕਿਹੜੀ ਜਗ੍ਹਾ ਤੋਂ ਡੰਗਰ ਲਿਆਂਦੇ ਹੋ? ਕਿਸ ਤਰ੍ਹਾਂ ਲਿਆਂਦੇ ਹੋ? ਇੱਥੇ ਕਿਸ ਤਰ੍ਹਾਂ ਪਹੁੰਚਦੇ ਨੇ ਔਰ ਤੂੰ ਕਿੱਥੇ ਵੇਚਦੇ ਹੋ? ਸਾਈਵਾਲ ਉਕਾਰਾ ਵਾਲੀ ਸਾਈਡ ਤੇ ਬੰਦੇ ਰੱਖੇ ਨੇ ਆਪਣੇ। ਅੱਛਾ, ਉਥੋਂ ਡੰਗਰ ਖਰੀਦ ਰਹੇ ਨੇ ਲੋਕਾਂ ਦੇ ਘਰਾਂ ਚੋਂ ਜਾਂ ਮੰਡੀਆਂ ਚੋਂ ਖਰੀਦ ਲੈਂਦੇ ਨੇ, ਜਿਹੜਾ ਉਹਨਾਂ ਨੂੰ ਮਸਲਨ ਸਹੀ ਮੁਨਾਸਬ ਲੱਗੇ ਉਹ ਖਰੀਦ ਲੈਂਦੇ ਨੇ ਤੇ ਫੋਨ ਕਰ ਦਿੰਦੇ ਨੇ ਕਿ ਇਧਰੋਂ ਚਾਚੂ ਮੇਰੇ ਜਾਂਦੇ ਨੇ। ਉੱਥੇ ਜਾਂਦੇ ਨੇ ਤੇ ਉੱਥੋਂ ਸਾਡੀ ਉਹ ਟਰੱਕ ਵਿੱਚ ਪਾ ਕੇ 9-10 ਮਹੀਨੇ ਦੇ ਮਹੀਨੇ ਲੈ ਆਂਦੇ ਨੇ। ਹਰ ਮਹੀਨੇ 9-10 ਲੈ ਆਂਦੇ ਨੇ। ਇੱਥੇ ਲਿਆ ਕੇ ਸਾਡੀ ਲੋਕਾਂ ਨੂੰ ਵੇਚ ਛੱਡਦੇ ਨੇ। ਇੱਧਰ ਜ਼ਿਆਦਾ ਮੁਨਾਫਾ ਹੁੰਦਾ, ਘੱਟ ਤੋਂ ਘੱਟ ਸਾਡੀ 10-15 ਹਜ਼ਾਰ ਸਕੂਨ ਹੋਏਗਾ ਦਾ ਮੁਨਾਫਾ। ਮੈਂ ਸਾਡੀ ਦੁੱਧ ਵੀ ਇੱਧਰ ਰੱਖ ਦਿੰਦੀ ਹਾਂ ਤੇ ਦੁੱਧ ਵੀ ਉਹਨਾਂ ਦਾ ਵੇਚ ਲਈਦਾ। ਇਹ ਗੱਲ ਕਨਫਰਮ ਹੈ ਕਿ ਤੁਹਾਡੇ ਮਹੀਨੇ ਦੇ ਮਹੀਨੇ 10-15 ਡੰਗਰ ਨਿਕਲ ਜਾਂਦੇ ਨੇ? ਹਾਂਜੀ, ਉਹ ਜਿਹੜੇ ਉਧਰੋਂ ਕੌਣ ਲੋਕ ਲੈਂਦੇ ਨੇ ਇੱਥੇ? ਇੱਧਰ ਲੋਕ ਜ਼ਿਆਦਾਤਰ ਲੈਂਦੇ ਨੇ, ਲੋਕ ਰੱਖਣ ਵਾਲੇ। ਅੱਛਾ, ਤੇ ਉਧਰੋਂ ਅਗਰ ਇੱਧਰ ਡੰਗਰ ਆਉਂਦੇ ਨੇ ਉਹਦਾ ਖਰਚ ਦੱਸ ਸਕਣਾ ਕਿੰਨਾ ਹੁੰਦਾ? ਖਰਚ ਸਾਡੀ ਗੱਡੀ ਦਾ ਕਿਰਾਇਆ ਪੈ ਜਾਂਦਾ 20,000। ਅੱਛਾ, ਸਾਡੀ ਹੋਰ ਉਤਲਾ ਖਰਚਾ ਭਾ ਫੂ ਕੇ ਸਾਡੀ ਉਹ 30 ਬਣ ਜਾਂਦਾ। ਸਿਰਫ ਲਿਆਉਣ ਦਾ ਖਰਚਾ? ਲਿਆਉਣ ਦਾ। ਠੀਕ ਹੈ, ਤੇ ਇੱਕ ਵਾਰ ਚ ਘੱਟ ਤੋਂ ਘੱਟ ਕਿੰਨੇ ਡੰਗਰ ਲਿਆਂਦੇ ਹੋ ਤੇ ਜ਼ਿਆਦਾ ਕਿੰਨੇ? ਘੱਟ ਤੋਂ ਘੱਟ ਸਾਡੀ 6-7 ਹੀ ਹੁੰਦੇ ਨੇ। 7 ਹਾਂ, ਜ਼ਿਆਦਾ ਤੋਂ ਜ਼ਿਆਦਾ 12 ਆਉਂਦੇ ਨੇ ਜ਼ਿਆਦਾ ਤੋਂ ਜ਼ਿਆਦਾ ਟਰੱਕ ਦੇ ਵਿੱਚ। ਠੀਕ ਹੋ ਗਿਆ। ਤੇ ਉਹ ਤੁਸੀਂ ਦੱਸ ਰਹੇ ਹੋ ਕਿ ਹਰ ਮਹੀਨੇ ਦੇ ਮਹੀਨੇ ਅਸੀਂ ਇੱਕ ਖੇਪ ਕੱਢਣੀ ਹੁੰਦੀ ਹੈ। ਜ਼ਿੰਦਾਬਾਦ। ਯਾਨੀ ਤੁਸੀਂ ਡੰਗਰਾਂ ਤੋਂ ਜਿਹੜੀ ਵਪਾਰ ਹੈ ਉਸ ਹਿਸਾਬ ਨਾਲ ਸਹੀ ਜਿਹੜਾ ਨਾ ਤੁਸੀਂ ਪੈਸੇ ਕਮਾ ਰਹੇ ਹੋ? ਹਾਂ ਸਹੀ, ਵਪਾਰ ਵਾਲਾ ਕੰਮ। ਹੁਣ ਇਹ ਮੈਨੂੰ ਦੱਸਣਾ ਹੈ ਕਿ ਜਿਹੜੇ ਬੰਦੇ ਡੰਗਰ ਬਾਹਰੋਂ ਲਿਆਂਦੇ ਨੇ, ਉੱਥੋਂ ਜਾ ਕੇ ਲਿਆਂਦੇ ਨੇ, ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ? ਤੁਸੀਂ ਡੰਗਰ ਮੰਡੀਆਂ 'ਚ ਲੈਂਦੇ ਹੋ ਜਾਂ ਪਿੰਡਾਂ 'ਚ ਲੈਂਦੇ ਹੋ, ਔਰ ਕਿੱਥੋਂ ਲੈਂਦੇ ਹੋ, ਔਰ ਖਿਆਲ ਕੀ ਰੱਖਣਾ ਚਾਹੀਦਾ? ਸਾਡੀ ਮੰਡੀਆਂ ਵਾਲੇ ਡੰਗਰ ਜ਼ਿਆਦਾਤਰ ਸਾਡੀ ਉਹ ਬਿਮਾਰ ਹੁੰਦੇ ਨੇ, ਉਹ ਨਹੀਂ ਘਰ ਆ ਕੇ ਰਹਿੰਦੇ। ਦੂਸਰੇ ਇਲਾਕਿਆਂ ਦੇ ਸਾਡੀ ਘੱਟ ਹੀ ਸਹੀ ਰਹਿੰਦੇ ਨੇ। ਮੰਡੀਆਂ ਵਾਲੇ ਡੰਗਰ ਨਹੀਂ ਠੀਕ ਹੁੰਦੇ, ਉਹ ਨਹੀਂ ਰੱਖਣੇ ਚਾਹੀਦੇ, ਉਹ ਬਿਮਾਰ ਹੋ ਜਾਂਦੇ ਨੇ ਇੱਥੇ ਆ ਕੇ। ਤੇ ਤੁਸੀਂ ਜਿਹੜੇ ਨੇ ਉਹ ਤੁਹਾਡੇ ਬੰਦੇ ਪਿੰਡਾਂ 'ਚ ਫਿਰ ਕੇ ਲੈਂਦੇ ਨੇ? ਪਿੰਡਾਂ 'ਚ ਫਿਰ ਕੇ ਲੈਂਦੇ। ਪਿੰਡਾਂ 'ਚ ਨਾਲੇ ਸਸਤੇ ਮਿਲ ਜਾਂਦੇ ਨੇ, ਨਾਲੇ ਅੱਛੇ ਮਿਲ ਜਾਂਦੇ ਨੇ। ਸਹੀ ਹੋ ਗਿਆ। ਤੇ ਇੱਥੇ ਜਿਹੜੇ ਤੁਸੀਂ ਵੇਚਦੇ ਹੋ ਤੁਹਾਡਾ ਮਾਰਜਨ ਹੁੰਦਾ 10,000 ਤੋਂ ਲਾ ਕੇ 15,000 ਤੋਂ 20,000 ਤੱਕ? ਠੀਕ ਹੈ, ਯਾਨੀ ਐਨੇ ਮਾਰਜਨ ਤੁਸੀਂ ਵੇਚ ਛੱਡਦੇ ਹੋ। ਰੇਟ ਮੈਨੂੰ ਦੱਸ ਸਕਦੇ ਹੋ ਡੰਗਰਾਂ ਦਾ ਘੱਟ ਤੋਂ ਘੱਟ ਕਿੰਨਾ ਤੇ ਜ਼ਿਆਦਾ ਕਿੰਨਾ? ਸੂਈਆਂ ਮਈਆਂ ਦਾ ਸਾਜੀ ਦਾ ਘੱਟ ਤੋਂ ਘੱਟ ਨਾਰਮਲ ਮਈ ਘੱਟ ਤੋਂ ਘੱਟ ਵੀ ਜਿਹੜਾ ਸੂਈ ਮਈ ਉਹ 1,25,000 1.5 ਤੱਕ ਵਿਕ ਜਾਂਦੀ ਹੈ।
ਇੱਥੇ ਵਿਕਦੀ ਹੈ ਜਾਂ ਇੱਥੇ ਵਿਕ ਜਾਂਦੀ ਘੱਟ ਨਹੀਂ ਰੇਟ? ਸਾਰੀ ਜਿਹੜੀਆਂ ਫੁੱਲ ਨਾਲ